ਕੈਨੇਡਾ ਨੇ ਇੱਕ ਵਾਰ ਫੇਰ ਚੁਣੀ ਲਿਬਰਲ ਸਰਕਾਰ। 600 ਮਿਲੀਅਨ ਖਰਚ ਕੇ ਜਸਟਿਨ ਟਰੂਡੋ ਫੇਰ ਬਣਾ ਰਹੇ ਨੇ ਮਾਈਨੋਰਿਟੀ ਸਰਕਾਰ। ਕੈਨੇਡਾ ਖੋਲ ਰਿਹਾ ਹੈ ਭਾਰਤ ਤੋਂ ਡਾਇਰੈਕਟ ਫਲਾਈਟਸ। ਭਾਰਤ ਸਮੇਤ 33 ਮੁਲਕਾਂ ਲਈ ਨਵੰਬਰ ਤੋਂ ਹੋਵੇਗੀ ਸ਼ੁਰੂ US ਦੀ ਵੀ ਯਾਤਰਾ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫਤਾਵਾਰ। ਮੈਂ ਅਮਰਿੰਦਰ ਗਰੇਵਾਲ। ਕੈਨੇਡਾ ਦੀ 44ਵੀਂ ਸੰਸਦ ਚੁਣਨ ਵਾਸਤੇ ਪਈਆਂ ਵੋਟਾਂ ਵਿੱਚੋਂ ਲਿਬਰਲ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਘੱਟ ਗਿਣਤੀ ਸਰਕਾਰ ਬਣਾਉਣ ਦਾ ਫਤਵਾ ਲੋਕਾਂ ਵੱਲੋਂ ਦਿੱਤਾ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਸਰਕਾਰ ਤੀਸਰੀ ਵਾਰ ਬਣੇਗੀ। ਡਾਕ ਰਾਹੀਂ ਆਏ ਬੈਲਟਸ ਦੀ ਗਿਣਤੀ ਜਾਰੀ ਹੈ, ਪਰ ਲਿਬਰਲਸ ਨੂੰ ਪਿਛਲੀ ਵਾਰ 157 ਸੀਟਾਂ ਮਿਲੀਆਂ ਸਨ ਤੇ ਇਸ ਵਾਰ 158 ਮਿਲਣ ਦੀ ਆਸ ਹੈ। NDP ਲੀਡਰ ਜਗਮੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਦੇਸ਼ ਦੀ ਜਨਤਾ ਦੇ ਹਿੱਤਾਂ, ਕੋਵਿਡ ਰਿਕਵਰੀ ਯੋਜਨਾਵਾਂ ਵਿੱਚ ਫਰੰਟ ਲਾਈਨ ਵਰਕਰਸ ਦੇ ਹਿੱਤਾਂ ਲਈ ਲਿਬਰਲ ਸਰਕਾਰ ਤੇ ਦਬਾਅ ਪਾਉਣਾ ਜਾਰੀ ਰੱਖਣਗੇ। ਪਰ ਕੰਜ਼ਰਵੇਟਿਵ ਲੀਡਰ ਐਰਨ ਓਟੂਲ ਦਾ ਕਹਿਣਾ ਹੈ ਕਿ ਉਹ ਅਗਲੀ ਵਾਰ ਟਰੂਡੋ ਸਰਕਾਰ ਨੂੰ ਟੱਕਰ ਦੇਣਗੇ। ਓਟੂਲ ਨੂੰ ਲੱਗ ਰਿਹਾ ਹੈ ਕਿ ਲਿਬਰਲਸ ਵੱਲੋਂ 2 ਸਾਲ ਬਾਅਦ ਫੇਰ ਮੱਧਵਰਤੀ ਚੋਣਾਂ ਦਾ ਸੱਦਾ ਦਿੱਤਾ ਜਾਏਗਾ ਤੇ ਉਦੋਂ ਕੰਜ਼ਰਵੇਟਿਵਸ ਉਹਨਾਂ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋਣਗੇ। ਜਿੱਥੋਂ ਤੱਕ ਪੀਪਲਸ ਪਾਰਟੀ ਆਫ ਕੈਨੇਡਾ ਦਾ ਸਵਾਲ ਹੈ ਤੇ ਮੈਕਸਿਮ ਬਰਨੀਏ, ਜੋ ਕਿ ਉਹਨਾਂ ਦੇ ਲੀਡਰ ਨੇ, ਉਹ ਖੁਦ ਵੀ ਹਾਰ ਗਏ ਤੇ ਪਾਰਟੀ ਖਾਤਾ ਤੱਕ ਨਹੀਂ ਖੋਲ ਸਕੀ। ਕੰਜ਼ਰਵੇਟਿਵਸ ਨੂੰ ਲੱਗ ਰਿਹਾ ਹੈ ਕਿ ਮੈਕਸਿਮ ਬਰਨੀਏ ਨੇ ਆਪਣੀ ਪਾਰਟੀ ਬਣਾਈ ਹੀ ਕੰਜ਼ਰਵੇਟਿਵਸ ਦੀਆਂ ਵੋਟਾਂ ਖਰਾਬ ਕਰਨ ਵਾਸਤੇ ਸੀ। ਜਸਟਿਨ ਟਰੂਡੋ ਹੁਣ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ ਨੇ, ਚੋਣਾਂ ਹੋ ਗਈਆਂ ਨੇ, ਕੰਮ ਖਤਮ ਹੋ ਗਿਆ। ਪਰ ਕੋਈ ਉਹਨਾਂ ਤੋਂ ਇਹ ਪੁੱਛੇ ਕਿ $600 ਮਿਲੀਅਨ ਜੋ ਇਹਨਾਂ ਚੋਣਾਂ ਤੇ ਖਰਚੇ ਗਏ, ਉਸ ਦੀ ਭਰਪਾਈ ਕੌਣ ਕਰੇਗਾ। 12 ਲੱਖ ਦੇ ਕਰੀਬ ਬੈਲਟਸ ਡਾਕ ਰਾਹੀਂ ਲੋਕਾਂ ਨੂੰ ਭੇਜੇ ਗਏ ਕਿਉਂਕਿ ਮਹਾਮਾਰੀ ਚੱਲ ਰਹੀ ਸੀ। ਇਸ ਤੋਂ ਇਲਾਵਾ ਵੋਟਿੰਗ ਸੈਂਟਰਸ ਤੇ ਵੀ ਵੱਖਰੇ ਪ੍ਰਬੰਧ ਕਰਨੇ ਪਏ, ਜਿਸ ਤੇ $100 ਮਿਲੀਅਨ ਖਰਚ ਕੀਤੇ ਗਏ। ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ 21 ਸਤੰਬਰ ਤੱਕ ਲਾਈ ਹੋਈ ਰੋਕ ਦੀ ਮਿਆਦ 26 ਸਤੰਬਰ ਤੱਕ ਵਧਾ ਦਿੱਤੀ। ਏਅਰ ਕੈਨੇਡਾ ਵੱਲੋਂ ਭਾਰਤ ਨੂੰ ਭੇਜੀ ਗਈ ਇੱਕ ਫਲਾਈਟ ਅਤੇ ਦਿੱਲੀ ਤੋਂ ਏਅਰ ਕੈਨੇਡਾ ਦੀਆਂ ਫਲਾਈਟਸ ਦੀਆਂ ਖਬਰਾਂ ਨੇ ਲੋਕਾਂ ਵਿੱਚ ਇਸ ਹਫ਼ਤੇ ਭੰਬਲ ਭੂਸਾ ਵੀ ਪੈਦਾ ਕੀਤਾ। ਫੈਡਰਲ ਸਰਕਾਰ ਵੱਲੋਂ ਇਸ ਬਾਰੇ ਸਮੇਂ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਜਿਸ ਕਰਕੇ ਲੋਕ ਪਰੇਸ਼ਾਨ ਚੱਲ ਰਹੇ ਨੇ। ਹੁਣ ਪਤਾ ਲੱਗਿਆ ਹੈ ਕਿ ਫਲਾਈਟਸ 26 ਸਤੰਬਰ ਤੱਕ ਬੰਦ ਨੇ, ਉਸ ਤੋਂ ਬਾਅਦ ਖੁੱਲਣਗੀਆਂ। ਏਅਰ ਕੈਨੇਡਾ ਦੀਆਂ ਫਲਾਈਟਸ ਭਾਰਤ ਆਉਣ ਜਾਣਗੀਆਂ ਤੇ ਡਾਇਰੈਕਟ ਫਲਾਈਟਸ ਰਾਹੀਂ ਲੋਕ ਇੱਥੇ ਆ ਸਕਣਗੇ। ਅਜੇ ਤੱਕ ਏਅਰ ਕੈਨੇਡਾ ਦੀਆਂ ਜੋ ਡਾਇਰੈਕਟ ਫਲਾਈਟਸ ਭਾਰਤ ਗਈਆਂ ਜਾਂ ਉੱਥੋਂ ਆਈਆਂ ਨੇ, ਦੱਸਿਆ ਜਾ ਰਿਹਾ ਹੈ ਕਿ ਉਹ ਟ੍ਰਾਇਲ ਬੇਸਿਸ ਤੇ ਭੇਜੀਆਂ ਤੇ ਆਈਆਂ। ਗਲੋਬਲ ਵੈਕਸੀਨੇਸ਼ਨ ਸਮਿਟ ਨੂੰ ਸੰਬੋਧਨ ਕਰਦਿਆਂ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਦੁਨੀਆ ਦੇ ਵੱਖ-ਵੱਖ ਮੁਲਕਾਂ ਨੂੰ ਕੋਵਿਡ-19 ਵੈਕਸੀਨ ਦਾਨ ਕਰਨ ਅਤੇ ਵੰਡਣ ਲਈ ਫਾਈਜ਼ਰ ਤੋਂ ਵੱਡੀ ਗਿਣਤੀ ਵਿੱਚ ਵੈਕਸੀਨ ਖਰੀਦੇਗਾ ਤਾਂ ਜੋ 500 ਮਿਲੀਅਨ ਡੋਜ਼ਸ ਹੋਰਨਾਂ ਮੁਲਕਾਂ ਨਾਲ ਵੰਡ ਕੇ 2022 ਤੱਕ ਦੁਨੀਆ ਦੀ 70% ਐਲੀਜੀਬਲ ਆਬਾਦੀ ਨੂੰ ਵੈਕਸੀਨੇਟ ਕੀਤਾ ਜਾ ਸਕੇ। Today, I'm announcing another historic commitment. The United States is buying another 500 million doses of Pfizer to donate to low and middle-income countries around the world. ਅਮਰੀਕੀ ਸਰਕਾਰ ਹੁਣ ਤੱਕ 100 ਤੋਂ ਵੱਧ ਮੁਲਕਾਂ ਨੂੰ 160 ਮਿਲੀਅਨ ਡੋਜ਼ਸ ਦਾਨ ਕਰ ਵੀ ਚੁੱਕੀ ਹੈ ਤੇ ਬਾਈਡਨ ਚਾਹੁੰਦੇ ਨੇ ਕਿ ਹੋਰ ਮੁਲਕ ਵੀ ਅਜਿਹਾ ਕਰਨ। ਖਬਰਾਂ ਨੇ ਕਿ ਕੈਨੇਡਾ ਨੂੰ ਇਸ ਮਹੀਨੇ ਫਾਈਜ਼ਰ ਅਤੇ ਮੋਡਰਨਾ ਤੋਂ ਮਿਲਣ ਵਾਲੀਆਂ 95 ਮਿਲੀਅਨ ਕੋਵਿਡ-19 ਡੋਜ਼ਸ ਵਿੱਚੋਂ 75 ਮਿਲੀਅਨ ਪਹੁੰਚ ਗਈਆਂ ਨੇ। ਇਹ ਬਹੁਤ ਜ਼ਿਆਦਾ ਹੋ ਗਈਆਂ ਨੇ, ਇਹਨਾਂ ਦੀ ਲੋੜ ਨਹੀਂ ਹੈ, ਸੋ ਬਾਕੀ 20 ਮਿਲੀਅਨ ਤੇ ਰੋਕ ਲਾ ਦਿੱਤੀ ਗਈ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਅਮੀਰ ਮੁਲਕਾਂ ਨੂੰ ਬੂਸਟਰ ਸ਼ਾਟਸ ਖਰੀਦਣ ਦੀ ਬਜਾਏ ਸਗੋਂ ਉਹਨਾਂ ਕੋਲ ਵਾਧੂ ਪਈਆਂ ਡੋਜ਼ਸ ਲੋੜਵੰਦ ਮੁਲਕਾਂ ਨੂੰ ਡੋਨੇਟ ਕਰਨ ਨੂੰ ਕਹਿ ਰਿਹਾ ਹੈ ਤੇ ਦੂਜੇ ਪਾਸੇ ਕੈਨੇਡਾ ਕੋਲ ਇੰਨੀਆਂ ਡੋਜ਼ਸ ਨੇ ਜਿੰਨੇ ਦੀ ਉਸ ਨੂੰ ਲੋੜ ਵੀ ਨਹੀਂ ਹੈ। ਕੈਨੇਡਾ ਕੋਲ ਇਸ ਵੇਲੇ 18.7 ਮਿਲੀਅਨ ਦੇ ਕਰੀਬ ਕੋਵਿਡ-19 ਡੋਜ਼ਸ ਦਾ ਸਟਾਕ ਪਿਆ ਹੈ। ਇਹਨਾਂ ਵਿੱਚੋਂ 8.5 ਮਿਲੀਅਨ ਡੋਜ਼ਸ ਉਹ ਵੀ ਨੇ ਜੋ ਸੂਬਿਆਂ ਨੂੰ ਭੇਜੀਆਂ ਗਈਆਂ ਤੇ ਅਣਵਰਤੀਆਂ ਪਈਆਂ ਨੇ। ਬੁੱਧਵਾਰ ਸ਼ਾਮ ਤੱਕ 80% ਐਲੀਜੀਬਲ ਕੈਨੇਡੀਅਨਸ ਫੁੱਲੀ ਵੈਕਸੀਨੇਟਡ ਹੋ ਚੁੱਕੇ ਸਨ ਤੇ ਬਾਕੀ ਬਚੀ ਆਬਾਦੀ ਨੂੰ ਵੀ ਫੁੱਲੀ ਵੈਕਸੀਨੇਟ ਕਰਨ ਵਾਸਤੇ ਵੱਧ ਤੋਂ ਵੱਧ 11 ਮਿਲੀਅਨ ਡੋਜ਼ਸ ਹੋਰ ਚਾਹੀਦੀਆਂ ਹੋਣਗੀਆਂ। ਐਸਟ੍ਰਾਜ਼ੈਨੇਕਾ, ਜੌਨਸਨ ਐਂਡ ਜੌਨਸਨ ਅਤੇ ਕੋਵੈਕਸਿਨ ਸ਼ੇਅਰਿੰਗ ਅਲਾਇੰਸ ਤੋਂ ਖਰੀਦੀਆਂ 40 ਮਿਲੀਅਨ ਡੋਜ਼ਸ ਕੈਨੇਡਾ ਨੇ ਵੀ ਦਾਨ ਕਰਨੀਆਂ ਨੇ, ਪਰ ਉਹ ਇਸ ਕਰਕੇ ਕਿਉਂਕਿ ਕੈਨੇਡਾ ਨੇ ਉਹਨਾਂ ਨੂੰ ਵਰਤਣਾ ਨਹੀਂ ਹੈ। ਇਸ ਹਫ਼ਤੇ ਨਿਊਯਾਰਕ ਵਿੱਚ ਸ਼ੁਰੂ ਹੋਈ UN ਜਨਰਲ ਅਸੈਂਬਲੀ ਵਿੱਚ ਸੈਕਟਰੀ ਜਨਰਲ ਅੰਤੋਨੀਓ ਗੁਤਰੇਸ਼ ਨੇ ਅਮੀਰ ਮੁਲਕਾਂ ਅਤੇ ਅਮੀਰਾਂ ਤੇ ਜਿਵੇਂ ਕਿ ਜੈਫ ਬੇਜ਼ੋਸ ਅਤੇ ਰਿਚਰਡ ਬ੍ਰੈਂਸਨ ਵਰਗੇ ਲੋਕਾਂ ਤੇ ਖਾਸ ਤੌਰ ਤੇ ਨਿਸ਼ਾਨਾ ਬੰਨਿਆ। ਗੁਤਰੇਸ਼ ਦਾ ਕਹਿਣਾ ਹੈ ਕਿ ਇਹਨਾਂ ਕੋਲ ਇੰਨੀ ਜ਼ਿਆਦਾ ਧਨ ਦੌਲਤ ਹੈ ਕਿ ਇਹ ਹੁਣ ਸਪੇਸ ਤੇ ਚੱਕਰ ਕੱਟ ਰਹੇ ਨੇ, ਜਦਕਿ ਬਿਨਾਂ ਵੈਕਸੀਨ ਦੇ ਧਰਤੀ ਤੇ ਲੋਕ ਮਰ ਰਹੇ ਨੇ। ਇਸ ਤੋਂ ਪਤਾ ਲੱਗਦਾ ਹੈ ਕਿ ਅਮੀਰਾਂ ਅਤੇ ਗਰੀਬਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਵਾਕਈ ਹੈ। ਚੇਤੇ ਰਹੇ ਕਿ ਇਹਨਾਂ ਅਮੀਰਾਂ ਨੂੰ ਤੇ ਖੁਦ UN ਨੂੰ ਇਥੋਪੀਆ ਦੇ ਟਿਗਰੀ ਰੀਜਨ ਵਿੱਚ ਭੁੱਖ ਨਾਲ ਮਰ ਰਹੇ, ਪੱਤੇ ਖਾ ਰਹੇ ਲੋਕਾਂ ਦਾ ਚੇਤਾ ਵੀ ਨਹੀਂ ਹੈ। ਕੈਨੇਡੀਅਨਸ ਅਤੇ ਮੈਕਸੀਕਨਸ ਵਾਸਤੇ ਅਮਰੀਕੀ ਬਾਰਡਰ ਅਜੇ 21 ਅਕਤੂਬਰ ਤੱਕ ਬੰਦ ਹੀ ਰਹਿਣਾ ਹੈ, ਪਰ US 18 ਮਹੀਨਿਆਂ ਤੋਂ ਯੂਰਪੀਅਨ ਯੂਨੀਅਨ ਅਤੇ UK ਤੇ ਲਾਈ ਯਾਤਰਾ ਪਾਬੰਦੀ ਨਵੰਬਰ ਤੋਂ ਹਟਾਉਣ ਜਾ ਰਿਹਾ ਹੈ। ਭਾਰਤ ਸਮੇਤ 33 ਮੁਲਕਾਂ ਦੇ ਯਾਤਰੀਆਂ ਤੇ US ਦੀ ਯਾਤਰਾ ਦੀ ਲੱਗੀ ਪਾਬੰਦੀ ਹਟਣ ਜਾ ਰਹੀ ਹੈ। ਡੋਨਾਲਡ ਟਰੰਪ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਵਜ੍ਹਾ ਨਾਲ US ਆਉਣ ਤੋਂ 14 ਦਿਨ ਪਹਿਲਾਂ ਜੋ ਲੋਕ ਭਾਰਤ, ਚੀਨ, ਤੁਰਕੀ ਅਤੇ ਕੁਝ ਹੋਰ ਮੁਲਕਾਂ ਦੀ ਯਾਤਰਾ ਕਰ ਚੁੱਕੇ ਹੁੰਦੇ ਸਨ, ਉਹ US ਨਹੀਂ ਸੀ ਆ ਸਕਦੇ। US ਅਤੇ ਬਰਤਾਨੀਆ ਤੋਂ ਆਉਣ ਵਾਲਿਆਂ ਨੂੰ ਨਵੰਬਰ ਤੋਂ ਮਿਲਣ ਜਾ ਰਹੀ ਆਜ਼ਾਦੀ ਦੇ ਐਲਾਨ ਦੇ ਨਾਲ ਹੀ
ਹੀ ਆਸ ਬੱਝੀ ਹੈ ਕਿ ਕੈਨੇਡਾ ਵਾਸਤੇ ਵੀ ਅਮਰੀਕੀ ਬਾਰਡਰ ਕ੍ਰਾਸਿੰਗਸ ਛੇਤੀ ਹੀ ਖੁੱਲ੍ਹ ਸਕਦੀਆਂ ਨੇ। ਭਾਰਤ ਵਿੱਚ ਬਣੇ ਕੋਵਿਸ਼ੀਲਡ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਭਾਰਤੀਆਂ ਨੂੰ ਯੂਕੇ ਵਿੱਚ ਅਨਵੈਕਸੀਨੇਟਡ ਮੰਨਿਆ ਜਾ ਰਿਹਾ ਹੈ ਤੇ 10 ਦਿਨਾਂ ਵਾਸਤੇ ਆਪਣੇ ਖਰਚੇ ਤੋਂ ਕੁਆਰੰਟੀਨ ਹੋ ਰਹੇ ਨੇ। ਭਾਰਤ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਤੇ ਇਸ ਹਫ਼ਤੇ ਕਿਹਾ ਗਿਆ ਕਿ ਬਦਲੇ ਦੀ ਕਾਰਵਾਈ ਵੀ ਹੋਏਗੀ, ਜਿਸ ਤੋਂ ਬਾਅਦ ਯੂਕੇ ਕੁਝ ਸੁਧਰਿਆ ਤੇ ਕੋਵਿਸ਼ੀਲਡ ਨੂੰ ਮਾਨਤਾ ਦੇ ਦਿੱਤੀ ਗਈ। ਬਾਵਜੂਦ ਇਸ ਦੀਆਂ ਦੋਵੇਂ ਡੋਜ਼ਸ ਲੈਣ ਵਾਲੇ ਲੋਕਾਂ ਨੂੰ ਜੋ ਪ੍ਰੂਫ ਆਫ ਵੈਕਸੀਨੇਸ਼ਨ ਦੇ ਆਧਾਰ ਤੇ ਸਰਟੀਫਿਕੇਟ ਭਾਰਤ ਸਰਕਾਰ ਦੇ ਰਹੀ ਹੈ, ਉਸ ਨੂੰ ਮਾਨਤਾ ਅਜੇ ਵੀ ਨਹੀਂ ਮਿਲੀ ਹੈ। ਡੈਲ ਰੀਓ ਟੈਕਸਸ ਵਿੱਚ ਹੇਤੀ ਤੋਂ ਆਏ ਹਜ਼ਾਰਾਂ ਮਰਦਾਂ, ਔਰਤਾਂ, ਬੱਚਿਆਂ ਦੀ ਤਰਸਯੋਗ ਹਾਲਤ, ਬੇਕਦਰੀ ਤੇ ਯੂਐਸ ਦੇ ਅਣਮਨੁੱਖੀ ਵਰਤਾਵ ਨੂੰ ਵੇਖਦਿਆਂ ਇਸ ਹਫ਼ਤੇ ਅਮਰੀਕਾ ਦੇ ਹੇਤੀ ਵਿੱਚ ਇਨਵੋਏ ਡੇਨੀਅਲ ਫੁੱਟ ਨੇ ਅਸਤੀਫਾ ਦੇ ਦਿੱਤਾ। ਹੇਤੀ ਦੀ ਗੈਂਗ ਵਾਰ, ਸਿਆਸੀ ਉਥਲ-ਪੁਥਲ, ਗਰੀਬੀ ਅਤੇ ਭੁਚਾਲ ਤੋਂ ਬਾਅਦ ਬਦ ਤੋਂ ਬਦਤਰ ਹੋਏ ਹਾਲਾਤ ਦੇ ਮਾਰੇ ਹਜ਼ਾਰਾਂ ਹੇਤੀ ਵਾਸੀ ਇਨੀ ਦਿਨੀ ਅਮਰੀਕੀ ਸੂਬੇ ਟੈਕਸਸ ਵਿੱਚ ਤੰਬੂਆਂ ਵਿੱਚ ਰਹਿ ਰਹੇ ਨੇ। ਮੈਕਸੀਕੋ ਉਹਨਾਂ ਨੂੰ ਅਮਰੀਕਾ ਵੱਲ ਧੱਕਦਾ ਹੈ ਤੇ ਯੂਐਸ ਰੱਖਣਾ ਨਹੀਂ ਚਾਹੁੰਦਾ। 6000 ਵਾਪਸ ਹੇਤੀ ਵੀ ਭੇਜੇ ਗਏ ਨੇ, ਪਰ ਉਨੇ ਹੀ ਹੋਰ ਅਜੇ ਤਰਸਯੋਗ ਹਾਲਤ ਵਿੱਚ ਉਡੀਕ ਕਰ ਰਹੇ ਨੇ ਕਿ ਯੂਐਸ ਉਹਨਾਂ ਨੂੰ ਦਾਖਲਾ ਦੇਵੇਗਾ। ਯੂਐਸ ਦਾ ਕਹਿਣਾ ਹੈ ਕਿ ਹੇਤੀ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਵਾਸਤੇ ਯੂਐਸ ਦੀ ਕੋਈ ਗਲਤੀ ਨਹੀਂ ਹੈ, ਪਰ ਯੂਐਨ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਯੂਐਸ ਨੂੰ ਆਪਣੇ ਸ਼ਹਿਰਾਂ ਵਿੱਚ ਪਨਾਹ ਦੇਣੀ ਹੀ ਪਏਗੀ, ਨਹੀਂ ਤਾਂ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਏਗੀ। ਜਦੋਂ ਤੱਕ ਯੂਐਸ ਨੂੰ ਤਰਸ ਨਹੀਂ ਆਏਗਾ, ਇਹ ਲੋਕ ਇੰਝ ਹੀ ਤੰਬੂਆਂ ਵਿੱਚ ਛੋਟੇ ਬੱਚਿਆਂ ਨਾਲ ਰਹਿਣਗੇ ਤੇ ਨਦੀ ਵਿੱਚ ਨਹਾਉਂਦੇ ਰਹਿਣਗੇ। ਤਾਲਿਬਾਨ ਨੇ ਇਸ ਹਫ਼ਤੇ ਇੱਕ ਵਾਰ ਫਿਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਤੇ ਇੱਕ ਵਾਰ ਫਿਰ ਇਸ ਵਿੱਚ ਕਿਸੇ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸੋ ਔਰਤਾਂ ਨੂੰ ਉਹਨਾਂ ਦੇ ਹੱਕ ਦੇਣ ਦੇ ਵਾਅਦੇ ਦੀ ਖਿਲਾਫਤ ਤਾਲਿਬਾਨ 2 ਵਾਰ ਕਰ ਚੁੱਕੇ ਨੇ। ਦੁਨੀਆ ਨਾਲ ਦੋਸਤਾਨਾ ਸੁਖਾਵੇਂ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਪਰ ਅਜੇ ਵੀ ਜਾਰੀ ਹੈ। ਇਸੇ ਤਹਿਤ ਇਸ ਹਫ਼ਤੇ ਤਾਲਿਬਾਨ ਸਰਕਾਰ ਨੇ ਆਪਣਾ ਦੂਤ ਯੂਐਨ ਜਨਰਲ ਅਸੈਂਬਲੀ ਵਿੱਚ ਭਾਗ ਲੈਣ ਲਈ ਭੇਜਣ ਦੀ ਖਾਹਿਸ਼ ਜ਼ਾਹਰ ਕੀਤੀ। ਯੂਐਸ ਦੇ ਉਸ ਇਜਲਾਸ ਵਿੱਚ ਜਿਸ ਨੇ ਅਜੇ ਉਹਨਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ। ਉਹ ਯੂਐਨ ਜਿਨ੍ਹਾਂ ਦੀ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਤਾਲਿਬਾਨ ਅੱਜ ਵੀ ਸ਼ੁਮਾਰ ਹੁੰਦੇ ਨੇ ਤੇ ਉਹ ਯੂਐਨ ਜਿਸ ਨੇ ਤਾਲਿਬਾਨ ਦੀ ਇਸ ਪੇਸ਼ਕਸ਼ ਦਾ ਜਵਾਬ ਤੱਕ ਦੇਣਾ ਜ਼ਰੂਰੀ ਨਹੀਂ ਸਮਝਿਆ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।